ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹਰਦੇਵ ਸਿੰਘ ਤੇ ਮੈਨੂੰ ਸੋਚਣ ਦਾ ਸ਼ੌਂਕ ਹੈ। ਤਾਂ ਆਓ ਸੋਚੀਏ। ਦਰਅਸਲ ਮੈਂ ਕੈਮਰੇ ਤੇ ਵੀਡੀਓ ਬਣਾਉਣ ਲੱਗਿਆ ਸੀ ਆਪਣੇ, ਜੋ ਮੇਰਾ ਸੈਟਅਪ ਲੱਗਿਆ ਹੋਇਆ ਅਨਫੋਰਚੂਨੇਟਲੀ ਬੈਟਰੀ ਡੈੱਡ ਹੋ ਗਈ ਤੇ ਮੇਰੇ ਕੋਲੇ ਫ਼ੋਨ ਪਿਆ ਸੀ ਤੇ ਮੈਂ ਕਿਹਾ ਚਲੋ ਇਹਦਾ ਹੀ ਪ੍ਰਯੋਗ ਕਰੀਏ। ਅੱਜ ਆਪਾਂ ਇੱਕ ਬਹੁਤ ਇੰਟਰਸਟਿੰਗ ਵਿਸ਼ੇ ਤੇ ਗੱਲ ਕਰਾਂਗੇ ਤੇ ਵਿਸ਼ਾ ਹੈ ਅੰਧ ਵਿਸ਼ਵਾਸਾਂ ਦਾ। ਆਪਾਂ ਕੋਈ ਬਹੁਤੀ ਗਹਿਰੀ ਪੜਤਾਲ ਨਹੀਂ ਕਰਨੀ, ਲੇਕਿਨ ਦੋ ਇਹਦੇ ਨਾਲ ਜੁੜੇ ਹੋਏ ਜ਼ਰੂਰੀ ਸਵਾਲਾਂ ਦਾ ਜਵਾਬ ਆਪਾਂ ਨੂੰ ਮਿਲੂਗਾ। ਪਹਿਲੀ ਗੱਲ, ਅੰਧ ਵਿਸ਼ਵਾਸ ਜਿਹੜੇ ਹੁੰਦੇ ਆ ਪੈਦਾ ਹੀ ਕਿਉਂ ਹੋਏ ਹੁੰਦੇ ਆ? ਜਦੋਂ ਅੰਧ ਵਿਸ਼ਵਾਸ ਹੈ ਹੀ ਅੰਧ ਵਿਸ਼ਵਾਸ, ਇਹ ਕਿਸੇ ਸੱਚ ਤੇ ਟਿਕੀ ਹੋਈ ਚੀਜ਼ ਨਹੀਂ ਹੈ, ਤਾਂ ਇਹ ਕਿਉਂ ਪੈਦਾ ਹੋਇਆ? ਦੂਸਰੀ ਚੀਜ਼, ਅੰਧ ਵਿਸ਼ਵਾਸ ਇਤਿਹਾਸ ਦੇ ਹੀ ਕਿਸੇ ਤਹਿਖਾਨੇ 'ਚ ਦਬ ਕੇ ਕਿਉਂ ਨਹੀਂ ਰਹਿ ਗਏ? ਅੰਧ ਵਿਸ਼ਵਾਸ ਅੱਜ ਵੀ ਜਾਰੀ ਕਿਉਂ ਨੇ? ਵਿਗਿਆਨ ਤੇ ਤਰਕ ਦਾ ਯੁੱਗ ਆ ਚੁੱਕਿਆ ਹੈ, ਫਿਰ ਵੀ ਇਹ ਕਿਵੇਂ ਹੈ ਕਿ ਜਿਹੜਾ 1000 ਸਾਲ ਪਹਿਲਾਂ 1500 ਸਾਲ ਪੁਰਾਣਾ ਅੰਧ ਵਿਸ਼ਵਾਸ ਹੈ ਉਹ ਅੱਜ ਵੀ ਜਾਰੀ ਹੈ? ਕਿਉਂ ਇਹ ਖਤਮ ਨਹੀਂ ਹੁੰਦੇ? ਇਦਾਂ ਦਾ ਕੀ ਗੱਲ ਹੈ ਇਹਨਾਂ 'ਚ? ਤਾਂ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ। ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਮੈਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਦੇਵਾਂਗਾ ਕਹਾਣੀ ਦੇ ਰਾਹੀਂ। ਤਾਂ ਇੱਕ ਬੜੀ ਇੰਟਰਸਟਿੰਗ ਕਹਾਣੀ ਹੈ। ਕਹਾਣੀ ਕੁਛ ਇਸ ਤਰ੍ਹਾਂ ਹੈ ਕਿ ਪੁਰਾਣੇ ਸਮੇਂ ਦੀ ਗੱਲ ਹੈ, 1000-1500 ਸਾਲ ਪਹਿਲਾਂ ਦੀ। ਇੱਕ ਗੁਰੂ ਆਪਣੇ 4 ਚੇਲਿਆਂ ਨਾਲ ਜੰਗਲ 'ਚੋਂ ਗੁਜ਼ਰ ਰਿਹਾ ਸੀਗਾ ਤੇ ਉਦੋਂ ਜੰਗਲ ਖਤਮ ਹੁੰਦਾ ਹੈ ਤੇ ਇੱਕ ਪਿੰਡ ਦੀ ਸ਼ੁਰੂਆਤ ਹੋ ਜਾਂਦੀ ਹੈ। ਸਵੇਰ ਦਾ ਟਾਈਮ ਹੁੰਦਾ ਹੈ, ਚਿੜੀਆਂ ਚਹਿਚਹਾ ਰਹੀਆਂ ਹੁੰਦੀਆਂ। ਇੱਕ ਪਾਸੇ ਗੁਰੂ ਦੇਖਦਾ ਹੈ ਤਾਂ ਬੜੇ ਸੁੰਦਰ ਪਹਾੜ ਦਿਖਦੇ ਨੇ ਜਿਹਦੇ ਪਿੱਛੋਂ ਦੀ ਸੂਰਜ ਉਗ ਰਿਹਾ ਹੁੰਦਾ ਹੈ ਤੇ ਉਸੇ ਸੂਰਜ ਦਾ ਚਾਨਣ ਸੱਜੇ ਪਾਸੇ ਪਿੰਡ ਤੇ ਪੈ ਰਿਹਾ ਹੁੰਦਾ ਹੈ, ਜਿਹਦੀ ਚਿਮਨੀਆਂ ਤੋਂ ਨਿਕਲਦਾ ਹੋਇਆ ਜਿਹੜਾ ਧੂੰਆਂ ਹੈ ਉਹ ਕਿਸੇ ਕਲਾਕ੍ਰਿਤੀ ਤੋਂ ਘੱਟ ਨਹੀਂ ਹੁੰਦਾ ਤੇ ਸ਼ਾਂਤੀ ਪਸਰੀ ਹੁੰਦੀ ਹੈ ਪੂਰੀ ਤਰ੍ਹਾਂ। ਤੇ ਗੁਰੂ ਚੇਲਿਆਂ ਨੂੰ ਫਿਰ ਕਹਿੰਦਾ ਹੈ ਵੀ ਆਪਾਂ ਨੂੰ ਜਿਹੜੀ ਜਗ੍ਹਾ ਚਾਹੀਦੀ ਸੀ ਧਿਆਨ ਲਾਉਣ ਲਈ ਉਹ ਮਿਲ ਗਈ। ਆਪਾਂ ਇਸੇ ਪਿੰਡ ਦੇ ਬਾਹਰ ਬੈਠਾਂਗੇ, ਧਿਆਨ ਲਾਵਾਂਗੇ ਤੇ ਹੁਣ ਆਪਾਂ ਇੱਥੇ ਹੀ ਰਹਾਂਗੇ। ਚੇਲੇ ਵੀ ਖੁਸ਼ ਵੀ ਇਦੋਂ ਵਧੀਆ ਜਗ੍ਹਾ ਆਪਾਂ ਨੂੰ ਕੀ ਮਿਲਣੀ ਹੈ। ਉਹਨਾਂ ਨੇ ਸੋਚਿਆ ਵੀ ਇੱਥੇ ਤਾਂ ਖਾਣ ਪੀਣ ਦਾ ਬੰਦੋਬਸਤ ਵੀ ਹੋ ਜਾਊਗਾ ਕਿਉਂਕਿ ਪਿੰਡ ਨੇੜੇ ਹੈ, ਭਿਕਸ਼ਾ ਮਿਲ ਜਾਇਆ ਕਰੂਗੀ। ਤਾਂ ਉੱਥੇ ਬੈਠ ਕੇ ਉਹਨਾਂ ਨੇ ਧਿਆਨ ਲਾਇਆ। ਸ਼ਾਂਤੀ ਸੀ, ਬਹੁਤ ਵਧੀਆ ਧਿਆਨ ਲੱਗਿਆ। 2-3 ਦਿਨ ਇੱਦਾਂ ਹੀ ਹੋਇਆ, ਸਭ ਬੜੇ ਖੁਸ਼। ਲੇਕਿਨ ਫਿਰ ਦੇਖਦੇ ਕੀ ਹੈ ਕਿ ਚੂਹੇ ਜਿਹੜੇ ਆ ਉਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਤਾ। ਚੂਹਿਆਂ ਨੇ ਦੇਖਿਆ ਵੀ ਇਹ ਬੁੱਤਾਂ ਦੀ ਤਰ੍ਹਾਂ 2-2 4-4 ਘੰਟੇ ਬੈਠੇ ਰਹਿੰਦੇ ਅੱਖਾਂ ਮੀਚ ਕੇ। ਤੇ ਚੂਹੇ ਦਾ ਫਿਰ ਕੰਮ ਹੀ ਇਹ ਹੁੰਦਾ ਗਾ, ਕਦੇ ਅੱਗੋਂ ਲੰਘ ਗਿਆ, ਕਦੋਂ ਪਿੱਛੋਂ ਲੰਘ ਗਿਆ, ਕਦੇ ਕੱਪੜਾ ਟੁੱਕ ਗਿਆ, ਕਦੇ ਪੈਰ ਤੇ ਦੰਦੀ ਵੱਢ ਗਿਆ, ਕਦੇ ਕੱਪੜਿਆਂ 'ਚ ਵੜ ਗਿਆ। ਤੇ ਗੁਰੂ ਤੇ ਚੇਲਾ ਪੂਰੀ ਤਰ੍ਹਾਂ ਹੋ ਗਏ ਪਰੇਸ਼ਾਨ। ਫਿਰ ਗੁਰੂ ਨੇ ਇੱਕ ਚੇਲੇ ਨੂੰ ਕਿਹਾ ਵੀ ਹੁਣ ਤੂੰ ਪਿੰਡ 'ਚ ਜਾ, ਇੱਕ ਬਿੱਲੀ ਫੜ ਕੇ ਲਿਆ, ਇਹੀ ਇਹਦਾ ਹੱਲ ਹੈ। ਚੇਲਾ ਗਿਆ, ਪਿੰਡ 'ਚੋਂ ਇੱਕ ਪਾਲਤੂ ਬਿੱਲੀ ਲੈ ਆਇਆ। ਉਹ ਬਿੱਲੀ ਦੇ ਗਲ 'ਚ ਰੱਸਾ ਪਾਇਆ ਗਿਆ ਤੇ ਸਾਰੇ ਆਲੇ ਦੁਆਲੇ ਬੈਠ ਗਏ ਤੇ ਵਿਚਾਲੇ ਲਾ ਲਈ ਕਿੱਲੀ, ਕਿੱਲੀ ਨਾਲ ਬੰਨ੍ਹ ਲਈ ਬਿੱਲੀ। ਤੇ ਹੁਣ ਧਿਆਨ ਦੁਬਾਰਾ ਲੱਗਣਾ ਸ਼ੁਰੂ ਹੋ ਗਿਆ। ਕਿਸੇ ਚੂਹੇ ਦੀ ਕੀ ਮਜ਼ਾਲ ਸੀ ਵੀ ਉਹ ਬਿੱਲੀ ਦੇ ਨੇੜੇ ਤੇੜੇ ਵੀ ਆਵੇ। ਲੇਕਿਨ ਹੋਇਆ ਇਹ ਕਿ ਹੌਲੀ ਹੌਲੀ ਸਾਲ ਬੀਤਦੇ ਰਹੇ। 1 ਸਾਲ ਬੀਤਿਆ, 5 ਸਾਲ ਬੀਤੇ, 10 ਸਾਲ ਬੀਤੇ। ਉਹ ਗੁਰੂ ਦੀ ਮੌਤ ਹੋ ਗਈ। ਇੱਕ ਨਵਾਂ ਚੇਲਿਆਂ 'ਚੋਂ ਇੱਕ ਗੁਰੂ ਬਣ ਗਿਆ। ਬਾਕੀ ਚੇਲੇ ਉੱਥੋਂ ਚਲੇ ਗਏ, ਉਹ ਕਿਤੇ ਹੋਰ ਗੁਰੂ ਬਣ ਗਏ। ਨਵੇਂ ਚੇਲੇ ਆਉਂਦੇ ਰਹੇ। ਫਿਰ 50 ਦੇ ਕਹਿੰਦੇ 200 ਸਾਲ ਬੀਤ ਗਏ ਤੇ 200 ਸਾਲ ਬਾਅਦ ਦੀ ਘਟਨਾ। ਉਹੀ ਪਿੰਡ ਹੈ, ਉਨਾ ਹੀ ਸੁੰਦਰ ਹੈ, ਉੱਦਾਂ ਦੀ ਸੁਬਾਹ ਚੜ੍ਹਦੀ ਹੈ, ਉਸੇ ਤਰ੍ਹਾਂ ਚਿੜੀਆਂ ਚਹਿਚਹਾ ਰਹੀਆਂ ਹੈ, ਸੂਰਜ ਉੱਗ ਰਿਹਾ ਹੈ ਤੇ ਉਸੇ ਤਰ੍ਹਾਂ ਕੁਝ ਗਿਣਤੀ ਦੇ ਚੇਲੇ ਤੇ ਇੱਕ ਗੁਰੂ ਬੈਠ ਕੇ ਧਿਆਨ ਲਾਉਣ ਦੀ ਤਿਆਰੀ ਕਰ ਰਿਹਾ। ਧਿਆਨ ਲਾਉਣ ਤੋਂ ਪਹਿਲਾਂ ਇੱਕ ਕਿੱਲੀ ਗੱਡਦੇ ਆ, ਉਹਦੇ ਨਾਲ ਬਿੱਲੀ ਬੰਨ੍ਹਦੇ ਆ। ਹੁਣ ਦਿੱਕਤ ਇਹ ਹੈ ਵੀ ਚੂਹੇ ਖਤਮ ਹੋਇਆਂ ਨੂੰ ਪਿੰਡ 'ਚੋਂ ਸੈਂਕੜੇ ਸਾਲ ਹੋ ਚੁੱਕੇ, 100 ਸਾਲ ਹੋ ਚੁੱਕੇ ਆ। ਤੇ ਇੱਕ ਚੇਲਾ ਜੋ ਬੜਾ ਜਿਗਿਆਸੂ ਹੁੰਦਾ, ਜਿਹਦੇ ਮਨ 'ਚ ਬੜੀ ਇੱਛਾ ਹੁੰਦੀ ਹੈ ਜਾਣਨ ਦੀ, ਉਹ ਪੁੱਛਦਾ ਵੀ ਗੁਰੂ ਜੀ ਆਪਾਂ ਬਿੱਲੀ ਇੱਥੇ ਕਿਉਂ ਬੰਨ੍ਹਦੇ ਆ? ਧਿਆਨ 'ਚ ਇਹਦਾ ਕੀ ਯੋਗਦਾਨ? ਧਿਆਨ ਦੇ ਅੰਦਰ ਇਹਦਾ ਕੀ ਮਹੱਤਵ? ਤੇ ਗੁਰੂ ਨੇ ਖੁਦ ਨੂੰ ਸਵਾਲ ਕੀਤਾ ਤਾਂ ਕੋਈ ਜਵਾਬ ਨਾ ਆਇਆ, ਕਿਉਂਕਿ ਜਦੋਂ ਬਿੱਲੀ ਬੰਨ੍ਹਣ ਲੱਗੇ ਸੀ ਉਦੋਂ ਤਾਂ ਚੂਹਿਆਂ ਲਈ ਬੰਨ੍ਹਣ ਲੱਗੇ ਸੀ। ਫਿਰ ਤਾਂ ਇਹ ਚੀਜ਼ ਪੀੜ੍ਹੀ ਦਰ ਪੀੜ੍ਹੀ ਚੱਲ ਪਈ। ਤੇ ਗੁਰੂ ਨੇ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ। ਲੇਕਿਨ ਚੇਲਾ ਫਿਰ ਉੱਦਾਂ ਦਾ ਸੀ, ਜਿਗਿਆਸੂ। ਤੇ ਜਿਗਿਆਸਾ ਜਿਹਦੇ ਅੰਦਰ ਹੋਵੇ ਉਹਦੇ ਅੰਦਰ ਜਿਹੜੇ ਸਵਾਲ ਹੈ ਫਿਰ ਉਹ ਅੱਗ ਬਣ ਕੇ ਮੱਚਦੇ ਨੇ। ਇਨਸਾਨ ਟਿਕ ਕੇ ਨਹੀਂ ਬੈਠ ਸਕਦਾ। ਤੇ ਚੇਲੇ ਨੇ ਫਿਰ ਗੁਰੂ ਤੋਂ ਆਗਿਆ ਲਈ ਕਿ ਮੈਂ ਦੇਸ਼ ਦੇ ਬ੍ਰਹਮਣ ਤੇ ਜਾਊਂਗਾ, ਮੈਂ ਇਸ ਸਵਾਲ ਦਾ ਜਵਾਬ ਲੱਭ ਕੇ ਲਿਆਊਂਗਾ ਕਿ ਬਿੱਲੀ ਦੀ ਧਿਆਨ 'ਚ ਕੀ ਮਹੱਤਤਾ ਹੈ। ਉਸ ਤੋਂ ਬਾਅਦ ਕਹਿੰਦੇ ਉਸ ਚੇਲੇ ਨੇ ਨਾ ਤਾਂ ਕੋਈ ਮੰਦਰ ਛੱਡਿਆ, ਠੀਕ ਹੈ, ਨਾ ਕੋਈ ਆਸ਼ਰਮ ਛੱਡਿਆ। ਹਰ ਉਹ ਥਾਂ ਤੇ ਗਿਆ ਜਿੱਥੇ ਗਿਆਨੀ ਗੁਣੀ ਮਹਾਪੁਰਸ਼ ਲੋਕ ਰਹਿੰਦੇ ਸੀਗੇ ਤੇ ਉਹਨੇ ਇੱਕੋ ਹੀ ਸਵਾਲ ਕੀਤਾ ਕਿ ਬਿੱਲੀ ਨੂੰ ਧਿਆਨ 'ਚ ਵੇਲੇ ਕਿਉਂ ਬੰਨ੍ਹਿਆ ਜਾਂਦਾ ਹੈ। ਕਈਆਂ ਨੇ ਕਿਹਾ ਵੀ ਇਹਦਾ ਕੋਈ ਮਤਲਬ ਨਹੀਂ, ਕੋਈ ਤੁਕ ਨਹੀਂ। ਕਈਆਂ ਨੇ ਕੋਈ ਊਟ ਪਟਾਂਗ ਜਵਾਬ ਦਿੱਤਾ, ਲੇਕਿਨ ਉਹਨੂੰ ਸੈਟਿਸਫੈਕਟਰੀ ਜਵਾਬ ਨਹੀਂ ਮਿਲਿਆ, ਸੰਤੁਸ਼ਟੀਜਨਕ ਜਵਾਬ ਨਹੀਂ ਮਿਲਿਆ। ਜ਼ਿੰਦਗੀ ਦੇ 15-20 ਸਾਲ ਇੱਦਾਂ ਹੀ ਘੁੰਮਦੇ ਫਿਰਦੇ ਲੰਘ ਗਏ।
ਤਾਂ 15-20 ਸਾਲਾਂ ਬਾਅਦ ਉਹੀ ਚੇਲਾ ਉਸੇ ਪਿੰਡ ਵੱਲ ਤੁਰਿਆ ਆ ਰਿਹਾ ਕੋਈ 10 ਕਿਲੋਮੀਟਰ ਦੂਰ, ਤੇ ਉਹ ਕਹਿੰਦਾ ਵੀ ਹੁਣ ਮੈਂ ਜਾ ਕੇ ਕੀ ਕਹੂੰਗਾ ਇਹਨਾਂ ਨੂੰ, ਕਿ ਇਹ ਤਾਂ ਮੇਰੇ ਤੇ ਹੱਸਣਗੇ ਕਿ 15-20 ਸਾਲ ਤਾਂ ਤੂੰ ਜ਼ਿੰਦਗੀ ਦੇ ਇਦਾਂ ਹੀ ਗਵਾ ਲਏ, ਤੈਨੂੰ ਕਿਹਾ ਸੀ ਨਾ ਜਾ। ਤੇ ਉਸ ਤੋਂ ਨਾ ਇਹ ਖਿਆਲ ਜਰਿਆ ਨਹੀਂ ਗਿਆ, ਉਸ ਤੋਂ ਇਹ ਸਹਿਨ ਨਹੀਂ ਹੋ ਪਾਇਆ ਕਿ ਉਹਦਾ ਇਸ ਤਰ੍ਹਾਂ ਮਜ਼ਾਕ ਉੱਡੇ। ਉਹਨੇ ਕਿਹਾ ਨਹੀਂ, ਕੁਛ ਤਾਂ ਕਰਨਾ ਪੈਣਾ। ਫਿਰ ਉਹਨੇ ਕਹਿੰਦੇ ਆਪਦੀ ਨੋਟਬੁੱਕ ਖੋਲੀ, ਜੋ ਵੀ ਉਸ ਸਮੇਂ ਕਾਗਜ਼ ਪੱਤਰ ਜਿਸ ਵੀ ਰੂਪ 'ਚ ਹੁੰਦਾ ਸੀ, ਤੇ ਉਸ 'ਤੇ ਸ਼ਬਦ ਉਕੇਰਨੇ ਸ਼ੁਰੂ ਕਰਤੇ। ਇੱਕ ਕਿਤਾਬ ਬਣਾ ਲਈ, ਕਿਤਾਬ ਦਾ ਨਾਂ ਰੱਖਿਆ ਧਿਆਨ ਲਾਉਣ ਵਿੱਚ ਬਿੱਲੀ ਦਾ ਮਹੱਤਵ। ਉਹਦੇ 'ਚ ਜੋ ਵੀ ਗੱਪ ਛੜਪ ਉਹਦੇ ਦਿਮਾਗ 'ਚ ਆਈ ਗਿਆ ਉਹਨੇ ਮਾਰਤਾ। ਤੇ ਉਹਨੇ ਜਾ ਕੇ ਫਿਰ ਉਹ ਕਹਿੰਦੇ ਉਹ ਕਿਤਾਬ ਉੱਥੇ ਪੇਸ਼ ਕੀਤੀ ਤੇ ਸਾਰਿਆਂ ਨੇ ਤਾੜੀਆਂ ਵਜਾਈਆਂ, ਵਾਹ ਵਾਹ ਹੋ ਗਈ ਵੀ ਭਾਈ ਇਹ ਅਸਲੀ ਰਾਜ਼ ਲੱਭ ਕੇ ਲਿਆ। ਇਹ ਗੱਲ ਫਿਰ ਕਹਿੰਦੇ ਅੱਗ ਦੀ ਤਰ੍ਹਾਂ ਫੈਲ ਗਈ ਸਾਰੇ ਦੇਸ਼ 'ਚ। ਬਾਕੀ ਦੇਸ਼ ਭਰ ਦੇ ਇਲਾਕਿਆਂ 'ਚ ਜਿੱਥੇ ਵੀ ਯੋਗੀ ਕਿਸਮ ਦੇ ਬੰਦੇ ਧਿਆਨ ਲਾਉਣ ਬੈਠਦੇ ਸੀਗੇ, ਉਹ ਵੀ ਬਿੱਲੀ ਉਹਨਾਂ ਨੇ ਬੰਨਣੀ ਸ਼ੁਰੂ ਕਰਤੀ। ਹਾਲਾਂਕਿ ਬਹੁਤਿਆਂ ਥਾਵਾਂ ਤੇ ਚੂਹੇ ਸੀ ਨਹੀਂ, ਬਿੱਲੀ ਨੂੰ ਬੰਨਣ ਦੀ ਜ਼ਰੂਰਤ ਹੀ ਨਹੀਂ ਸੀ। ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ, ਲੇਕਿਨ ਇਹ ਕਹਾਣੀ ਘੱਟੋ ਘੱਟ ਸਾਨੂੰ 2 ਗੱਲਾਂ ਤਾਂ ਸਿਖਾਈ ਜਾਂਦੀ ਹੈ। ਪਹਿਲੀ ਗੱਲ, ਅੰਧ ਵਿਸ਼ਵਾਸ ਪੈਦਾ ਕਿਉਂ ਹੁੰਦਾ ਹੈ। ਇਹਦੇ ਲਈ ਸਾਨੂੰ ਇਹ ਸਮਝਣਾ ਪਊਗਾ ਕਿ ਅੰਧ ਵਿਸ਼ਵਾਸ ਅਕਸਰ ਜਦੋਂ ਪੈਦਾ ਹੋਇਆ ਹੁੰਦਾ ਉਦੋਂ ਅੰਧ ਵਿਸ਼ਵਾਸ ਨਹੀਂ ਹੁੰਦਾ, ਉਦੋਂ ਉਹਦੀ ਕੋਈ ਨਾ ਕੋਈ ਜ਼ਰੂਰਤ ਹੁੰਦੀ ਹੈ। ਦੂਸਰੀ ਗੱਲ ਜਿਹੜੀ ਸਾਨੂੰ ਪਤਾ ਲੱਗਦੀ ਹੈ ਉਹ ਇਹ ਹੁੰਦੀ ਹੈ ਕਿ ਹੌਲੀ ਹੌਲੀ ਚੀਜ਼ਾਂ ਦੇ ਪਿੱਛੇ ਦਾ ਲੌਜਿਕ ਜਿਹੜਾ ਹੈ ਪੀੜ੍ਹੀ ਦਰ ਪੀੜ੍ਹੀ ਖਤਮ ਹੁੰਦਾ ਜਾਂਦਾ ਹੈ। ਤੀਸਰੀ ਗੱਲ ਸਾਨੂੰ ਇਹ ਪਤਾ ਲੱਗਦੀ ਹੈ ਵੀ ਅਸੀਂ ਆਪਣੇ ਅੰਧ ਵਿਸ਼ਵਾਸਾਂ ਨੂੰ ਲੈ ਕੇ ਅਲੱਗ-ਅਲੱਗ ਕਾਰਨਾਂ ਤੋਂ ਇਮੋਸ਼ਨਲੀ ਬੜੇ ਅਟੈਚਡ ਹੋ ਜਾਂਦੇ ਹਾਂ। ਜੀ ਸਾਡੇ ਦਾਦੇ ਪੜਦਾਦੇ ਸਾਡੇ ਪੂਰਵਜ ਤਾਂ ਇਦਾਂ ਹੀ ਕਰਦੇ ਆਏ, ਅਸੀਂ ਇਦਾਂ ਹੀ ਕਰਾਂਗੇ। ਤੇ ਫਿਰ ਉਹਦੇ ਲਈ ਸਾਨੂੰ ਕੋਈ ਊਟ ਪਟਾਂਗ ਜਸਟੀਫਿਕੇਸ਼ਨ ਵੀ ਦੇਣੀ ਪਵੇ ਉਸ ਰੀਤੀ ਰਿਵਾਜ ਨੂੰ ਸਹੀ ਠਹਿਰਾਉਣ ਲਈ, ਉਸ ਅੰਧ ਵਿਸ਼ਵਾਸ ਨੂੰ ਸਹੀ ਠਹਿਰਾਉਣ ਲਈ, ਤਾਂ ਅਸੀਂ ਦਿੰਦੇ ਹਾਂ। ਬਿਲਕੁਲ ਜਿਵੇਂ ਉਸ ਚੇਲੇ ਨੇ ਕੀਤਾ, ਅਸੀਂ ਊਟ ਪਟਾਂਗ ਗੱਲਾਂ ਰਾਹੀਂ ਵੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਹ 3 ਬੜੀਆਂ ਅਹਿਮ ਚੀਜ਼ਾਂ ਸੀ ਅੰਧ ਵਿਸ਼ਵਾਸ ਬਾਰੇ ਸਮਝਣ ਲਈ। ਥੋੜਾ ਜਿਹਾ ਮੈਂ ਇਸ ਵਿਸ਼ੇ ਤੇ ਵੀ ਗੱਲ ਕਰਨਾ ਚਾਹੂੰਗਾ, ਜਿਹੜਾ ਮੈਂ ਕਿਹਾ ਕਿ ਅੰਧ ਵਿਸ਼ਵਾਸ ਜਦੋਂ ਵੀ ਪੈਦਾ ਹੁੰਦੇ ਆ ਉਹਨਾਂ ਦਾ ਇੱਕ ਵੈਲਿਡ ਰੀਜ਼ਨ ਹੁੰਦਾ ਜ਼ਿਆਦਾਤਰ। ਉਦਾਹਰਨ ਨੰਬਰ 1, ਕਹਿੰਦੇ ਬਿੱਲੀ ਜਦੋਂ ਰਾਹ ਕੱਟਦੀ ਹੈ ਤਾਂ ਮਾੜਾ ਹੁੰਦਾ ਹੈ। ਕਿਉਂ ਮਾੜਾ ਹੁੰਦਾ ਹੈ? ਕੁਝ ਸਿਆਣੇ ਲੋਕ ਦੱਸਦੇ ਆ, ਹਿਸਟੋਰੀਅਨ ਦੱਸਦੇ ਆ ਕਿ ਅੱਜ ਤੋਂ 500-1000 ਸਾਲ ਪਹਿਲਾਂ ਦੁਨੀਆ ਇਦਾਂ ਦੀ ਨਹੀਂ ਸੀ ਜਿੱਦਾਂ ਦੀ ਅੱਜ ਕੱਲ੍ਹ ਹੈ। ਪਿੰਡ ਹੋਇਆ ਕਰਦੇ ਸੀ, ਠੀਕ ਹੈ, ਥੋੜੇ ਜਿਹੇ ਇਲਾਕੇ 'ਚ। ਉਸ ਤੋਂ ਬਾਅਦ ਸਾਰੇ ਜੰਗਲ ਹੈ ਆਸੇ-ਪਾਸੇ, ਫਿਰ ਕੋਈ ਹੋਰ ਪਿੰਡ ਹੈ। ਜਦੋਂ ਇੱਕ ਰਾਹੀ ਇੱਕ ਪਿੰਡ ਤੋਂ ਦੂਜੇ ਪਿੰਡ ਵੱਲ ਜਾਂਦਾ ਸੀ ਤਾਂ ਰਾਹ 'ਚ ਆਉਂਦਾ ਸੀ ਜੰਗਲ। ਬਿੱਲੀਆਂ ਉਹਨਾਂ ਸਮਿਆਂ 'ਚ ਕਹਿੰਦੇ ਪਾਲੀਆਂ ਨਹੀਂ ਸੀ ਜਾਂਦੀਆਂ, ਬਿੱਲੀਆਂ ਜੰਗਲੀ ਹੀ ਹੁੰਦੀਆਂ ਸੀ, ਜੰਗਲ ਤੇ ਰਹਿੰਦੀਆਂ ਸੀ, ਪਿੰਡ ਦੀ ਫਿਰਨੀ ਤੇ ਰਹਿੰਦੀਆਂ ਸੀ। ਬਿੱਲੀ ਦਿਖਣ ਦਾ ਮਤਲਬ ਇਹ ਸੀਗਾ ਵੀ ਹੁਣ ਜੰਗਲੀ ਇਲਾਕਾ ਸ਼ੁਰੂ ਹੋ ਗਿਆ, ਖਤਰਾ ਹੋ ਸਕਦਾ ਹੈ, ਨਾ ਕਿ ਇਹ ਕਿ ਬਿੱਲੀ ਦਾ ਰਾਹ ਕੱਟਣਾ ਮਾੜਾ ਹੈ। ਇਸੇ ਤਰ੍ਹਾਂ ਸਾਡੇ ਪਿੰਡ ਦੀਆਂ ਔਰਤਾਂ ਕਹਿੰਦੀਆਂ ਵੀ ਬੌਕਰ ਖੜੀ ਨਹੀਂ ਕਰਨੀ ਚਾਹੀਦੀ। ਬੌਕਰ ਖੜੀ ਨਾ ਕਰਨ ਦਾ ਰਾਜ਼ ਜਿਹੜਾ ਹੁੰਦਾ ਨਾ, ਉਹ ਸ਼ਾਇਦ ਇਹ ਹੁੰਦਾ ਹੈਗਾ ਕਿ ਬੌਕਰ ਦੀ ਜਿਹੜੀ ਹਾਈਟ ਹੁੰਦੀ ਉਹ ਲਗਭਗ 2-2.5 ਫੁੱਟ ਹੁੰਦੀ ਹੈ। ਐਗਜ਼ੈਕਟਲੀ ਜੋ 3-4 ਸਾਲ ਦੇ ਬੱਚੇ ਦੀ ਹਾਈਟ ਹੁੰਦੀ ਹੈ, ਉਹਦੇ ਅੱਖਾਂ 'ਚ ਬੌਕਰ ਦੀਆਂ ਤੀਲਾਂ ਵੱਜ ਸਕਦੀਆਂ, ਕਿਉਂਕਿ ਅਸੀਂ ਤਾਂ ਦੇਖ ਲੈਂਦੇ ਹਾਂ, ਬੱਚਾ ਨਹੀਂ ਦੇਖਦਾ। ਤੀਸਰਾ ਐਗਜ਼ਾਮਪਲ, ਮੰਜੇ ਦੀ ਦੌਣ ਨਹੀਂ ਕੱਸਣੀ ਚਾਹੀਦੀ ਕਹਿੰਦੇ ਰਾਤ ਨੂੰ। ਪੁਰਾਣੇ ਸਮੇਂ ਨੂੰ ਸਮਝੋ ਜਦੋਂ ਇਹ ਅੰਧ ਵਿਸ਼ਵਾਸ, ਅੱਜ ਦਾ ਅੰਧ ਵਿਸ਼ਵਾਸ ਉਦੋਂ ਬਣਿਆ ਹੋਣਾ, ਉਦੋਂ ਲੌਜੀਕਲ ਗੱਲ ਸੀ। ਤਾਂ ਉਹਦਾ ਕਾਰਨ ਕੀ ਹੈ? ਪੁਰਾਣੇ ਟਾਈਮ 'ਚ ਦੀਵਿਆਂ ਦਾ ਚਾਨਣ ਹੁੰਦਾ ਸੀਗਾ, ਦੌਣਾ ਜਿਹੜੀਆਂ ਸੀ ਉਹ ਬੜੀਆਂ ਅਣਘੜ ਜੀਆਂ ਹੁੰਦੀਆਂ ਸੀਗੀਆਂ, ਉਹਨਾਂ ਦੇ ਤਿੱਖੇ ਹਿੱਸੇ ਨਿਕਲੇ ਹੁੰਦੇ ਸੀਗੇ ਜਿਹੜੇ ਵੀ ਮਟੀਰੀਅਲ ਦੀਆਂ ਦੌਣਾ ਬਣਦੀਆਂ ਸੀ। ਰਾਤ ਨੂੰ ਦੌਣ ਕੱਸਣ ਦਾ ਮਤਲਬ ਲਗਭਗ ਇਹੀ ਹੈ ਕਿ ਆਪਣਾ ਹੱਥ ਪੰਚਰ ਕਰਾ ਲੈਣਾ। ਤਾਂ ਓਬਵੀਅਸਲੀ ਇਹ ਚੀਜ਼ ਵਧੀਆ ਨਹੀਂ ਮੰਨੀ ਜਾਂਦੀ ਸੀ, ਲੇਕਿਨ ਇਹਦਾ ਅਰਥ ਹੌਲੀ ਕਰਕੇ ਲੋਕਾਂ ਨੇ ਹੋਰ ਕੱਢ ਲਿਆ। ਅਤੇ ਇੱਕ ਲਾਸਟ ਐਗਜ਼ਾਮਪਲ, ਸ਼ਾਇਦ ਮੈਂ ਕਿਸੇ ਬਾਬਾ ਜੀ ਨੂੰ ਕਿਸੇ ਵੀਡੀਓ 'ਚ ਦੇਖਿਆ ਸੀ ਦਿੰਦੇ ਹੋਏ, ਉਹ ਵੀ ਮੈਨੂੰ ਲੱਗਦਾ ਇੱਥੇ ਢੁਕਦਾ ਹੈ। ਤਾਂ ਬਾਬਾ ਜੀ ਕੀ ਕਹਿ ਰਹੇ ਸੀਗੇ? ਉਹ ਕਹਿ ਰਹੇ ਸੀਗੇ ਕਿ ਜਿਹੜੇ ਕਹਿੰਦੇ ਵੀ ਮੰਜੇ ਦੇ ਥੱਲੇ ਬੱਚੇ ਮੰਜੇ ਤੇ ਲੱਤਾਂ ਹਿਲਾਉਂਦੇ ਰਹਿੰਦੇ ਆ ਲਮਕਾ ਕੇ, ਉਹ ਕਿਉਂ ਨਹੀਂ ਹਿਲਾਉਣੀਆਂ ਚਾਹੀਦੀਆਂ? ਉਹ ਕਹਿੰਦੇ ਪੁਰਾਣੇ ਟਾਈਮ 'ਚ ਮਿੱਟੀ ਦੇ ਭਾਂਡੇ ਹੋਇਆ ਕਰਦੇ ਸੀ ਜਿਹਨੂੰ ਅਕਸਰ ਮੰਜਿਆਂ ਦੇ ਥੱਲੇ ਰੱਖਿਆ ਜਾਂਦਾ ਸੀ। ਪੈਰ ਨਾ ਹਿਲਾਉਣ ਦਾ ਮਤਲਬ ਇਹ ਸੀਗਾ ਵੀ ਉਹਦਾ ਨੁਕਸਾਨ ਨਾ ਹੋ ਜਾਵੇ, ਓਬਵੀਅਸਲੀ। ਅੱਛਾ, ਤਾਂ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਅੰਧ ਵਿਸ਼ਵਾਸਾਂ ਨੂੰ ਇਹ ਕਹਿ ਕੇ ਜਸਟੀਫਾਈ ਕਰੀ ਜਾਈਏ ਵੀ ਇਹਨਾਂ ਦਾ ਕੋਈ ਨਾ ਕੋਈ ਲੌਜਿਕ ਸੀ। ਦੇਖੋ, ਲੌਜਿਕ ਸੀ ਜ਼ਰੂਰੀ ਨਹੀਂ ਹੈ, ਲੌਜਿਕ ਹੈ ਜ਼ਰੂਰੀ ਹੈ। ਜੇ ਕਿਸੇ ਰਿਵਾਜ ਦਾ, ਰੀਤੀ ਦਾ ਕੋਈ ਲੌਜਿਕ ਅਸੀਂ ਅੱਜ ਦੇ ਦਿਨ 'ਚ ਨਹੀਂ ਲੱਭ ਸਕਦੇ ਤਾਂ ਉਹਨੂੰ ਛੱਡ ਦੇਣਾ ਕੋਈ ਮਾੜੀ ਗੱਲ ਨਹੀਂ। ਜੇ ਉਹਦਾ ਲੌਜਿਕ ਅੱਜ ਵੀ ਢੁਕਦਾ ਹੈ ਤਾਂ ਉਹਨੂੰ ਰੱਖ ਲੈਣਾ ਵੀ ਕੋਈ ਮਾੜੀ ਗੱਲ ਨਹੀਂ। ਇਹਦੇ ਨਾਲ ਜਦੋਂ ਵੀ ਕਿਸੇ ਰਿਵਾਜ, ਕਿਸੇ ਅੰਧ ਵਿਸ਼ਵਾਸ ਨੂੰ ਫੋਲੋ ਕੀਤਾ ਜਾਂਦਾ ਹੈ ਤਾਂ ਇਹ ਵੀ ਦੇਖਣਾ ਚਾਹੀਦਾ ਉਹਦੇ ਕੋਈ ਫਾਇਦੇ ਹੈ ਕਿ ਨਹੀਂ।
ਕਈ ਵਾਰੀ ਕੋਈ ਮਾਨਸਿਕ ਰੋਗੀ ਇਨਸਾਨ ਹੁੰਦਾ, ਉਹਨੂੰ ਕਹਿ ਦਿੰਦੇ ਆ ਵੀ ਤੇਰਾ ਭੂਤ ਕਢਾ ਕੇ ਲਿਆਉਣੇ, ਤੇਰੇ ਅੰਦਰ ਤਾਂ ਭੂਤ ਹੈ। ਦੇਖਿਆ ਜਾਂਦਾ ਕਿ ਜਦੋਂ ਉਹਦਾ ਭੂਤ ਕੱਢ ਦਿੱਤਾ ਜਾਂਦਾ ਹੈ, ਠੀਕ ਹੈ, ਭੂਤ ਹੁੰਦਾ ਨਹੀਂ ਹੈ, ਲੇਕਿਨ ਜੋ ਵੀ ਉੱਥੇ ਪ੍ਰਕਿਰਿਆ ਚੱਲਦੀ ਹੈ, ਉਸ ਤੋਂ ਬਾਅਦ ਉਹ ਇਨਸਾਨ ਹਫਤਾ 10 ਦਿਨ, ਕਈ ਵਾਰੀ ਮਹੀਨੇ, ਕਈ ਵਾਰੀ 2 ਮਹੀਨੇ ਬਹੁਤ ਵਧੀਆ ਮਾਨਸਿਕ ਸਥਿਤੀ 'ਚ ਰਹਿੰਦਾ ਹੈ। ਇੱਦਾਂ ਦੇ ਅੰਧ ਵਿਸ਼ਵਾਸ ਜਿਹੜੇ ਹੁੰਦੇ ਆ, ਇਸ ਤਰੀਕੇ ਨਾਲ ਹਲਕੇ ਫੁਲਕੇ ਫਾਇਦੇਮੰਦ ਵੀ ਹੋ ਜਾਂਦੇ, ਉਹ ਦਿਲ ਨੂੰ ਦਿਲਾਸਾ ਵੀ ਦਿੰਦੇ ਆ। ਨਾਸਤਿਕ ਲੋਕ ਜਾਂ ਜਿਹੜੇ ਬਹੁਤ ਜ਼ਿਆਦਾ ਰੈਸ਼ਨਲ ਲੋਕ ਆ, ਉਹ ਤਾਂ ਇਹ ਵੀ ਕਹਿੰਦੇ ਆ ਵੀ ਰੱਬ ਦੇ ਅੰਦਰ ਵਿਸ਼ਵਾਸ ਵੀ ਕੰਧ ਵਿਸ਼ਵਾਸ ਹੀ ਹੈ, ਅਸੀਂ ਕਦੇ ਰੱਬ ਦੇਖਿਆ ਨਹੀਂ। ਤਾਂ ਜਦੋਂ ਅਸੀਂ ਰੱਬ ਬਾਰੇ ਸੋਚਦੇ ਹਾਂ, ਲੇਕਿਨ ਉਹਦੇ ਨਾਲ ਸਾਨੂੰ ਇਮੋਸ਼ਨਲ ਸਟਰੈਂਥ ਮਿਲਦੀ ਹੈ, ਤਾਂ ਇੱਕ ਫਾਇਦੇਮੰਦ ਅੰਧ ਵਿਸ਼ਵਾਸ ਹੈ। ਤਾਂ ਇਦਾਂ ਨਹੀਂ ਹੈ ਕਿ ਅੰਧ ਵਿਸ਼ਵਾਸ ਚੰਗੇ ਹੈ, ਇਦਾਂ ਨਹੀਂ ਹੈ ਕਿ ਅੰਧ ਵਿਸ਼ਵਾਸ ਮਾੜੇ ਹੈ। ਇੱਥੇ ਸਾਨੂੰ ਆਬਵੀਅਸਲੀ ਛਾਂਟਣ ਦੀ ਜ਼ਰੂਰਤ ਹੈ। ਖੈਰ, ਉਮੀਦ ਕਰਦਾ ਜਿਹੜਾ ਮਕਸਦ ਮੈਂ ਇਸ ਵੀਡੀਓ ਦੇ ਅੰਦਰ ਲੈ ਕੇ ਚੱਲਿਆ ਸੀਗਾ, ਉਹ ਮਕਸਦ ਮੈਂ ਪੂਰਾ ਕਰ ਪਾਇਆ ਹੋਊਗਾ ਐਂਡ ਤੁਹਾਨੂੰ ਇਹ ਵੀਡੀਓ ਇੰਟਰਸਟਿੰਗ ਲੱਗੀ ਹੋਊਗੀ। ਜੇ ਤੁਸੀਂ ਚਾਹੁੰਦੇ ਹੋ ਮੈਂ ਇਦਾਂ ਦੀਆਂ ਵੀਡੀਓਜ਼ ਬਣਾਉਂਦਾ ਰਹਾਂ ਤਾਂ ਜ਼ਰੂਰ ਕਮੈਂਟ ਕਰਕੇ ਥੱਲੇ ਦੱਸਿਓ। ਜੇ ਤੁਹਾਡੇ ਮਨ 'ਚ ਕੋਈ ਸਵਾਲ ਹੈ, ਉਹ ਵੀ ਤੁਸੀਂ ਪੁੱਛ ਸਕਦੇ ਹੋ। ਤਾਂ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ।